हर हर तेरी ਅੰਮ੍ਰਿਤ ਬਾਣੀ। ਵੇਲ ਪਿੰਜਾਇਆ ਕਤ ਵਨਾਇਆ, ਕਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੇ, ਸੂਈ ਧਾਗਾ ਸੀਵੇ, ਇਉਂ ਪਤ ਪਾਟੀ ਸਿਫਤੀ ਸੀਪੇ, ਨਾਨਕ ਜੀਵਤ ਜੀਵੇ, ਹੋਏ ਪੁਰਾਣਾ ਕੱਪੜ ਪਾਟੇ, ਸੂਈ ਧਾਗਾ ਗੰਢੇ, ਮਾਂ ਪਖ ਕਹੋ ਚੱਲੇ ਨਾਹੀਂ, ਘੜੀ ਮੋਹਤ ਕੁਛ ਹੰਡੇ, ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਾਟੇ, ਨਾਨਕ ਸਾਹਿਬ ਸੱਚੋ ਸੱਚਾ ਤੀਚਰ ਜਾਪੀ ਜਾਪੇ। ਗੁਰੂ ਸਾਹਿਬ ਬੜੀ ਵੱਡੀ ਉਦਾਹਰਨ ਦੇ ਕੇ ਸਾਨੂੰ ਇੱਕ ਸਮਝਾ ਰਹੇ ਆ ਵੀ ਜਿਵੇਂ ਕੱਪੜਾ ਕੀ ਹੈ। ਕੱਪੜਾ ਪਹਿਲਾਂ ਕਿੱਥੋਂ ਬਣਦਾ ਹੈ? ਪੌਦਾ ਬੀਜਿਆ ਜਾਂਦਾ, ਕਪਾਹ ਹੁੰਦੀ ਹੈ, ਫਿਰ ਉਹਨੂੰ ਵੇਲਣੇ ਦੇ ਵਿੱਚ ਉਹਨੂੰ ਵੇਲਿਆ ਜਾਂਦਾ, ਵੜੇਵੇਂ ਤੇ ਰੂਹ ਨੂੰ ਅਲੱਗ-ਅਲੱਗ ਕੀਤਾ ਜਾਂਦਾ ਹੈ। ਫਿਰ ਉਹਨੂੰ ਕੱਪੜੇ ਨੂੰ ਉਸ ਦਾ ਧਾਗਾ ਬਣਾਇਆ ਜਾਂਦਾ ਹੈ, ਕੱਤਿਆ ਜਾਂਦਾ ਹੈ। ਫਿਰ ਉਸ ਨੂੰ ਕੱਪੜਾ ਬਣਾ ਕੇ ਉਹਨੂੰ ਰੰਗ ਚੜਾਇਆ ਜਾਂਦਾ, ਖੁੰਭ ਚੜਾ ਕੇ ਫਿਰ ਰੰਗ ਚੜਾਇਆ ਜਾਂਦਾ। ਕੱਪੜਾ ਤਿਆਰ ਹੋ ਜਾਂਦਾ, ਫਿਰ ਦਰਜੀ ਉਹਨੂੰ ਵੱਢਦਾ, ਕੈਂਚੀ ਉਹਨੂੰ ਵੱਢਦੀ ਹੈ, ਦਰਜੀ ਫਾੜਦਾ ਅਤੇ ਸੂਈ ਧਾਗਾ ਨੂੰ ਸਿਉਂਦਾ ਹੈ। ਫਿਰ ਜਾ ਕੇ ਸਾਡੇ ਉਹ ਪਹਿਨਣ ਯੋਗ ਹੁੰਦਾ ਅਤੇ ਸਾਡੇ ਵਰਤੋਂ 'ਚ ਆਉਂਦਾ, ਸਾਨੂੰ ਸੁੱਖ ਦਿੰਦਾ, ਸਾਨੂੰ ਗਰਮੀ ਸਰਦੀ ਤੋਂ ਬਚਾਉਂਦਾ, ਸਾਡਾ ਨਗੇਜ ਢੱਕਦਾ। ਪਰ ਉਹਨੂੰ ਸਿਉਣਾ ਵੀ ਪੈਂਦਾ, ਸਾਰੇ ਪ੍ਰੋਸੈਸ 'ਚੋਂ ਨਿਕਲਣਾ ਪੈਂਦਾ, ਫਿਰ ਜਾ ਕੇ ਸਾਡੇ ਕੰਮ ਆਉਂਦਾ ਹੈ। ਇਸ ਕੱਪੜੇ ਨੂੰ ਕੈਂਚੀ ਕਤਰਦੀ ਹੈ, ਦਰਜੀ ਫਾੜਦਾ, ਸੂਈ ਧਾਗਾ ਸਿਉਂ ਕੇ ਸਾਨੂੰ ਪਹਿਨਣ ਯੋਗ ਹੋ ਜਾਂਦਾ। ਇਉਂ ਹੁਣ ਉਦਾਹਰਨ ਦਿੱਤੀ ਹੈ ਏਡੀ ਵੱਡੀ, ਵੇਖੋ, ਤਾਂ ਕਿ ਸਾਡੇ ਕੋਈ ਮਨ 'ਚ ਬੈਠ ਜਾਵੇ, ਸਾਨੂੰ ਸਮਝ ਆ ਜਾਵੇ। ਇਵੇਂ ਗੁਰੂ ਸਾਹਿਬ ਕਹਿੰਦੇ ਇਸ ਕੱਪੜੇ ਨੇ ਸਾਡੀ ਪੱਤ ਢੱਕਤੀ, ਸਾਡਾ ਨਗੇਜ ਢੱਕਤਾ, ਪਰ ਇੱਕ ਹੋਰ ਪੱਤ ਵੀ ਢੱਕਣੀ ਹੈ, ਸਾਡੇ ਮਨ ਦੀ ਪੱਤ ਢੱਕਣੀ ਹੈ। ਉਹ ਲੋਭ ਮੋਹ ਹੰਕਾਰ ਜਿਹੜਾ ਹੈਗਾ, ਉਹ ਸਾਡੀ ਪੱਤ ਨੂੰ ਨਸ਼ਰ ਕਰ ਰਿਹਾ, ਖਿਲਾਰ ਰਿਹਾ। ਗੁਰੂ ਸਾਹਿਬ ਕਹਿੰਦੇ ਇਉਂ ਪੱਤ ਪਾਟੀ ਸਿਫਤੀ ਸੀਤੇ। ਹੁਣ ਸਾਡਾ ਮਨ ਫਟ ਗਿਆ, ਉਹਨੂੰ ਸਿਉਣਾ ਹੁਣ ਅਸੀਂ ਪਰਮਾਤਮਾ ਨਾਲ ਸਿਉਂ ਕੇ ਉਹਦੀ ਇੱਜ਼ਤ ਬਚ ਸਕਦੀ ਹੈ। ਇਉਂ ਮਤਲਬ ਇਹ ਤਰੀਕਾ ਹੈ, ਜੇ ਬਾਹਰਲਾ ਕੱਪੜਾ ਸਿਉਂਦਾ, ਇਹ ਮਨ ਦਾ ਕੱਪੜਾ ਵੀ ਪਾਟਿਆ ਪਿਆ, ਉਹਨੂੰ ਪਰਮਾਤਮਾ ਦੀ ਸਿਫਤਾਂ ਦੇ ਨਾਲ ਸੀਤਾ ਜਾਂਦਾ ਹੈ। ਪੱਤ ਪਾਟੀ ਸਿਫਤੀ ਸੀਤੇ। ਹੁਣ ਸਾਡੇ ਗੁਣ ਚਲੇ ਗਏ, ਔਗਣ ਆ ਗਏ ਹੈ, ਸੁੱਖ ਚਲੇ ਗਏ, ਦੁੱਖ ਆ ਗਏ ਹੈ, ਡਰ ਆ ਗਿਆ, ਨਿਡਰਪੁਣਾ ਚਲਾ ਗਿਆ। ਹੁਣ ਗੁਰੂ ਸਾਹਿਬ ਕਹਿੰਦੇ ਸਾਰੇ ਵਾਪਸ ਆ ਜਾਣਗੇ, ਪੱਤ ਵਾਪਸ ਆ ਜਾਊਗੀ, ਪਰ ਸਿਫਤੀ ਸੀਤਾ ਹੁਣ ਮਨ ਨੂੰ ਪਰਮਾਤਮਾ ਨਾਲ ਸੀਨਾ, ਸੀਤੋ ਸੀਤੋ ਮਹਿਮਾ ਮਾਏ, ਤਾਂ ਕਿ ਰੂਪ ਨਾ ਕਥਨੇ ਜਾਏ। ਹੁਣ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ, ਉਹਦੇ ਨਾਲ, ਰਾਮ ਦੇ ਨਾਲ ਮਨ ਸੀਤਾ ਜਾਂਦਾ ਹੈ, ਫਿਰ ਗੁਰੂ ਸਾਹਿਬ ਕਹਿੰਦੇ ਸਾਨੂੰ ਨਾਨਕ ਜੀਵਤ ਜੀਵੇ। ਇਸ ਤਰ੍ਹਾਂ ਦਾ ਜੀਵਨ ਸਾਡਾ ਜਿਉਂ ਹੋ ਜਾਵੇ ਕਿ ਅਸੀਂ ਜੇ ਕੱਪੜਾ ਸਿਉਂਤਾ ਜਾਂਦਾ ਇੱਕ ਦੂਜੇ ਨਾਲ, ਇਵੇਂ ਸਾਡੇ ਮਨ ਨੇ ਪਰਮਾਤਮਾ ਨਾਲ ਸਿਉਂਤਾ ਜਾਣਾ ਹੈ ਅਤੇ ਸਾਡੀ ਇੱਜ਼ਤ ਵੱਧ ਜਾਣੀ ਹੈ, ਬੜਾ ਵਧੀਆ ਜੀਵਨ ਹੋ ਜਾਣਾ ਹੈ। ਪਰ ਪਰਮਾਤਮਾ ਨਾਲ ਸਿਉਣ ਦਾ ਸੂਈ ਧਾਗਾ ਕੀ ਹੈ? ਪਰਮਾਤਮਾ ਦੀ ਸਿਫਤਾਂ। ਪਰਮਾਤਮਾ ਦੀ ਸਿਫਤਾਂ ਕਰ ਕਰਕੇ ਉਹਦੇ ਨਾਲ ਜੁੜਿਆ ਜਾਂਦਾ, ਹੋਰ ਕੋਈ ਤਰੀਕਾ ਨਹੀਂ। ਉਹਦਾ ਕੀਰਤਨ ਕਰ ਕਰਕੇ ਉਹਦੇ ਨਾਲ ਜੁੜਿਆ ਜਾਂਦਾ, ਹੋਰ ਕੋਈ ਤਰੀਕਾ ਨਹੀਂ। ਉਹਦੀ ਉਸਤਤ, ਉਹਦੀ ਪ੍ਰੇਜ਼,
ਉਹਦੇ ਜਸ ਗਾ ਗਾ ਕੇ ਹੀ ਉਹਦੇ ਨਾਲ ਜੁੜਿਆ ਜਾਂਦਾ, ਹੋਰ ਕੋਈ ਤਰੀਕਾ ਨਹੀਂ। ਪਰ ਉਹਦੇ ਜਸ, ਉਹਦਾ ਕੀਰਤਨ, ਸਿਫਤਸਲਾਹ, ਗੁਣ ਗਾਨ ਕਿਸੇ ਵਿਰਲੇ ਨੂੰ ਸਮਝ ਆਉਂਦੀ ਹੈ, ਜਿਹਨੂੰ ਬਾਣੀ ਦੀ ਸਮਝ ਆਉਂਦੀ ਹੈ, ਫਿਰ ਉਹ ਬੜੇ ਸੌਖੇ ਤਰੀਕੇ ਨਾਲ ਉਹਦੀ ਸਿਫਤਾਂ ਕਰਨ ਲੱਗ ਜਾਂਦਾ ਹੈ। ਇਸ ਤਰ੍ਹਾਂ ਉਹ ਜੀਵਨ ਸੁਚੱਜਾ ਜੀਵਨ ਗੁਜ਼ਾਰ ਲੱਗ ਜਾਂਦਾ। ਨਾਨਕ ਜੀਵਤ ਜੀਵੇ, ਅਸਲੀ ਜੀਵਨ ਆ ਹੈ। ਅਸੀਂ ਪਰਮਾਤਮਾ ਦੀ ਸਿਫਤਾਂ ਕਰਕੇ ਉਹਦੇ ਨਾਲ ਜੁੜ ਕੇ ਉਹਦੇ ਮਨ ਨੂੰ ਸਾਫ਼ ਕਰ ਲਈਏ, ਇਹ ਸਾਡੀ ਪੱਤ ਢਕੀ ਜਾਊਗੀ। ਫਿਰ ਗੁਰੂ ਸਾਹਿਬ ਕਹਿੰਦੇ ਭਾਈ ਕੱਪੜਾ ਤਾਂ ਪੁਰਾਣਾ ਹੋ ਕੇ ਫਟ ਜਾਂਦਾ, ਦੁਬਾਰਾ ਫਿਰ ਸੂਈ ਨਾਲ ਫਾੜ ਜਾਂਦੇ, ਫਿਰ ਵੀ ਕਹਿੰਦੇ ਪਾਟ ਜਾਂਦਾ। ਉਹ ਪਹਿਲਾਂ ਨਵਾਂ ਸੀਗਾ ਸੀਤਾ, ਕੁਛ ਘਟ ਕੇ ਉਹ ਫਿਰ ਫਟ ਗਿਆ, ਉਹਨੂੰ ਦੁਬਾਰਾ ਫਿਰ ਸੂਈ ਧਾਗੇ ਨਾਲ ਪੈ ਲਿਆ, ਤੇ ਫਿਰ ਗੁਰੂ ਸਾਹਿਬ ਕਹਿੰਦੇ ਫਿਰ ਬੋਦਾ ਹੋ ਜਾਂਦਾ ਤੇ ਜਮਾਂ ਫਟ ਜਾਂਦਾ। ਪਰ ਕਹਿੰਦੇ ਜਿਹੜਾ ਪਰਮਾਤਮਾ ਦੀ ਸਿਫਤਾਂ ਦੇ ਨਾਲ ਮਨ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਹ ਕਦੇ ਪੁਰਾਣਾ ਨਹੀਂ ਹੁੰਦਾ, ਉਹ ਪਾਟਦਾ ਨਹੀਂ। ਫਿਰ ਇਹ ਵੀ ਨਾਲ ਹੈ, ਗਰੰਟੀ ਵੀ ਹੈ। ਗੁਰੂ ਸਾਹਿਬ ਦੇ ਬਾਹਰਲਾ ਕੱਪੜਾ ਤਾਂ ਹੋਏ ਪੁਰਾਣਾ, ਕੱਪੜ ਪਾਟੇ। ਪਹਿਲਾਂ ਨਵਾਂ ਸੀ, ਕੋਈ 2 4 6 ਮਹੀਨਿਆਂ ਬਾਅਦ ਉਹ ਫਟਣਾ ਸ਼ੁਰੂ ਹੋ ਜਾਂਦਾ, ਕਿਤੋਂ ਫਟ ਗਿਆ ਮਾੜਾ ਮੋਟਾ। ਸੂਈ ਧਾਗਾ ਗੰਢੇ, ਉਹਨੂੰ ਸੂਈ ਧਾਗਾ ਲੈ ਕੇ ਫਿਰ ਗੰਢ ਲਿਆ ਸੀ, ਫਿਰ ਕੰਮ ਚੱਲਣ ਲੱਗ ਗਿਆ ਉਹਦੇ ਨਾਲ। ਪਰ ਮਾਂ ਪੱਖ ਕਉ ਚੱਲੇ ਨਾਹੀਂ, ਘੜੀ ਮੌਹਤ ਕੋ ਸੰਡੇ। ਪਰ ਗੁਰੂ ਸਾਹਿਬ ਕਹਿੰਦੇ ਪੁਰਾਣਾ ਜਿਹੜਾ ਤੁਸੀਂ ਸੂਈ ਨਾਲ ਕੱਪੜਾ ਸਿਉਂਤਾ ਲਿਆ, ਕੁਝ ਸਮੇਂ ਯਾਦ ਚੱਲਦਾ, ਕੋਈ ਲੰਮਾ ਸਮਾਂ ਨਹੀਂ। 1 ਅੱਧਾ ਮਹੀਨਾ ਚੱਲ ਸਕਦਾ, ਘੜੀ 2 ਘੜੀ ਚੱਲ ਸਕਦਾ, ਲੰਬਾ ਸਮਾਂ ਨਹੀਂ। ਥੋੜੇ ਸਮੇਂ ਵਾਸਤੇ ਚੱਲੂਗਾ। ਪਰ ਦੂਜੇ ਪਾਸੇ ਜੇ ਸੱਚ ਦੇ ਨਾਲ ਤੁਸੀਂ ਮਨ ਨੂੰ ਸਿਉਂ ਲਿਆ, ਉਹ ਕਦੇ ਪੁਰਾਣਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਹੀਂ, ਇਹ ਪੁਰਾਣਾ ਨਹੀਂ ਹੁੰਦਾ। ਇਹ ਪੁਰਾਣੇ ਕਿਉਂ ਨਹੀਂ ਹੋਏ? ਸੱਚ ਨਾਲ ਜੇ ਜੁੜ ਗਏ ਤੁਹਾਨੂੰ ਤੋੜ ਨਹੀਂ ਸਕਦਾ। ਭਾਵੇਂ ਤੁਹਾਡਾ ਸਰੀਰ ਕੱਟ ਦੇਵੇ, ਭਾਵੇਂ ਚਰਖੜੀਆਂ ਚੜਾ ਦੇਵੇ, ਸਾਨੂੰ ਆਰਿਆਂ ਨਾਲ ਚੀਰ ਦੇ, ਤਾਂ ਵੀ ਸੱਚ ਪੁਰਾਣਾ ਨਹੀਂ ਹੁੰਦਾ। ਇਹਦੇ ਨਾਲ ਜੇ ਸੀਤਾ ਜਾਵੇ ਪਾਟਦਾ ਵੀ ਨਹੀਂ। ਸੱਚ ਕੱਪੜਾ ਪੁਰਾਣਾ ਹੋ ਗਿਆ, ਪਾਟ ਗਿਆ, ਦੁਬਾਰਾ ਸਿਉਂ ਲਿਆ, ਫਿਰ ਵੀ ਫਟ ਗਿਆ। ਪਰ ਗੁਰੂ ਸਾਹਿਬ ਕਹਿੰਦੇ ਸੱਚ ਦਾ ਕੱਪੜਾ ਸੰਤਾ ਜਿਹੜਾ ਨਜ਼ਰੀ ਆਵੇ, ਜਿਹੜਾ ਕੱਪੜਾ ਮਿਲ ਜਾਂਦਾ, ਪਰਮਾਤਮਾ ਦੀ ਸਿਫਤਾਂ ਦਾ ਕੱਪੜਾ ਮਿਲਣਾ। ਉਹ ਜਿਹੜਾ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਅੰਮ੍ਰਿਤ ਵੇਲਾ ਸਾਚ ਨਾਉ ਵਡਿਆਈ ਵਿਚਾਰ, ਕਰਨੀ ਆਵੇ ਕੱਪੜਾ, ਕਰਮੀ ਆਵੇ ਕੱਪੜਾ, ਨਤਰੀ ਮੋਖ ਦਵਾਰ। ਕਿਹੜੇ ਕੱਪੜੇ ਦੀ ਹੈ? ਪਰਮਾਤਮਾ ਦੀ ਸਿਫਤਾਂ ਦੇ ਕੱਪੜੇ ਦਾ। ਉਹ ਕਰਮ ਕਰਨਾ ਪੈਂਦਾ, ਫਿਰ ਮਿਹਰ ਕਰਦਾ ਪਰਮਾਤਮਾ, ਫਿਰ ਉਹ ਕੱਪੜਾ ਹੁੰਦਾ, ਫਿਰ ਸਚਿਆਰ ਹੁੰਦੇ ਅਸੀਂ। ਪਰ ਗੁਰੂ ਸਾਹਿਬ ਦੇ ਸੱਚ ਪੁਰਾਣਾ ਹੋਵੇ ਨਹੀਂ, ਨਾ ਹੀ ਸੀਤਾ ਕਦੇ ਨਾ ਪਾਟੇ। ਕਹਿੰਦਾ ਫਿਰ ਨਾ ਹੀ ਇਹ ਸੀਤਾ ਪਾਟ ਵੀ ਨਹੀਂ ਸਕਦਾ। ਇਹ ਗਰੰਟੀ ਹੈ ਗੁਰੂ ਸਾਹਿਬ ਦੀ। ਅੰਮ੍ਰਿਤ ਕਦੇ ਭੰਗ ਨਹੀਂ ਹੁੰਦਾ, ਸੱਚ ਨਾਲ ਜੁੜਿਆ ਕਦੇ ਟੁੱਟ ਨਹੀਂ ਸਕਦਾ। ਇੱਕ ਵਾਰੀ ਅਸੀਂ ਆਪਦੇ ਮਾਲਕ ਨੂੰ ਭੁੱਲੇ, ਦੁਬਾਰਾ ਯਾਦ ਕਰਕੇ ਦੁਬਾਰਾ ਕਿਵੇਂ ਭੁੱਲਾਂਗੇ? ਨਹੀਂ ਭੁੱਲ ਸਕਦੇ। ਇੱਕ ਵਾਰੀ ਉਹਦੇ ਖੇਲ ਦੇ ਮੁਤਾਬਕ ਭੁੱਲ ਜਾਂਦੇ ਅਸੀਂ ਜਦੋਂ ਜਨਮ ਹੁੰਦਾ, ਦੁਬਾਰਾ ਫਿਰ ਸਾਨੂੰ ਗੁਰੂ ਦਿਖਾ ਦਿੰਦਾ, ਭਾਈ ਆ ਸੱਚ ਨਹੀਂ, ਸੱਚ ਹੋਰ ਹੈ। ਜਦੋਂ ਸਾਡਾ ਮਨ ਫਿਰ ਜਾਗ ਪੈਂਦਾ, ਫਿਰ ਉਹਦੇ ਨਾਲ ਸੀਤਾ ਜਾਂਦਾ, ਫਿਰ ਉਹਨੂੰ ਫਾਟ ਨਹੀਂ ਸਕਦਾ ਕੋਈ, ਨਾ ਪੁਰਾਣਾ ਹੋਵੇ ਨਾ ਪਾਟਿਆ ਜਾਵੇ। ਇਸ ਕਰਕੇ ਅਸੀਂ ਸੱਚ ਦਾ ਸੌਦੇ ਨਾਲ ਆਪਦੇ ਮਨ ਨੂੰ ਪਰਮਾਤਮਾ ਨਾਲ ਸਿਉਣਾ ਹੈ, ਉਹ ਸੱਚਾ ਸੌਦਾ ਹੈ। ਅੱਜ ਬਾਹਰ ਦੇ ਸੌਦੇ ਦੀ ਗੱਲ ਨਹੀਂ, ਅੰਦਰ ਦੇ ਸੌਦੇ ਦੀ ਗੱਲ ਹੈ। ਨਾਨਕ ਸਾਹਿਬ ਸੱਚੋ ਸੱਚਾ ਤੀਚਰ ਜਾਪੀ ਜਾਪੇ। ਗੁਰੂ ਸਾਹਿਬ ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਏਕ ਓਂਕਾਰ ਹੈ, ਸਦਾ ਰਹਿਣ ਵਾਲਾ ਹੈ। ਪਰ ਇਹ ਗੱਲ ਤੇ ਤਾਂ ਹੀ ਸਮਝ ਆਉਂਦੀ ਹੈ ਜੇ ਉਹਨੂੰ ਸਿਮਰੀਏ, ਸਦਾ ਉਹਨੂੰ ਜਪੀਏ, ਫਿਰ ਇਹ ਪਤਾ ਲੱਗਦਾ ਵੀ ਵਾਕਿਆ ਪਰਮਾਤਮਾ ਨਾਲ ਮਨ ਜੁੜ ਕੇ ਮੈਨੂੰ ਤਾਂ ਬੜਾ ਵੱਡੀ ਪ੍ਰਾਪਤੀ ਹੋ ਗਈ। ਜਦੋਂ ਵਾਹਿਗੁਰੂ ਵਾਹਿਗੁਰੂ ਬੋਲ ਕੇ ਉਹਦੇ ਨਾਲ ਪਿਆਰ ਬਣਦਾ, ਉਦੋਂ ਪਤਾ ਲੱਗਦਾ। ਉਹਦੇ ਨਾਲ ਜਦੋਂ ਸੀਤਾ ਜਾਂਦਾ ਤੇ ਉਹਦੇ ਨਾਲ ਸੀਤਾ ਗਿਆ, ਦੂਜੇ ਨਾਲ ਟੁੱਟ ਜਾਂਦਾ। ਉਹਦੇ ਨਾਲ ਜੁੜ ਕੇ ਫਿਰ ਆਨੰਦ ਆਉਂਦਾ ਹੈ। ਉਹ ਆਨੰਦ ਫਿਰ ਦੱਸਿਆ ਨਹੀਂ ਜਾਂਦਾ। ਬੜਾ ਮਹਿੰਗਾ ਸੌਦਾ ਹੈ, ਬੜੇ ਆਨੰਦ ਦਾ ਸੌਦਾ ਹੈ। ਮਹੱਲਾ ਪਹਿਲਾ। ਗੁਰੂ ਸਾਹਿਬ ਇਸ ਦੇ ਵਿੱਚ ਵੀ ਗੁਰੂ ਸਾਹਿਬ ਬੜਾ ਵਧੀਆ ਸਾਨੂੰ, ਜਿਵੇਂ ਸ਼੍ਰੀ ਸਾਹਿਬ ਹੈ,
ਸ਼੍ਰੀ ਸਾਹਿਬ ਦੇ ਵਿੱਚੋਂ ਵੀ ਸਾਨੂੰ ਪਾ ਕੇ ਲੋਭ ਦਾ ਰੱਤ ਕੱਢਣੀ ਅਸੀਂ ਆਪਦੇ ਨਾਲ, ਤੇ ਉਸ ਨੂੰ ਰੋਜ਼ ਗੁਰੂ ਦੇ ਸ਼ਬਦ ਦੇ ਨਾਲ ਤੇਜ਼ ਕਰਨੀ ਹੁੰਦੀ, ਸ਼ਾਨ 'ਤੇ ਲਾਉਣੀ ਹੁੰਦੀ ਹੈ। ਰੋਜ਼ ਬਾਣੀ ਪੜ੍ਹ ਕੇ ਸਾਡਾ ਮਨ ਫਿਰ ਤੇਜ਼ ਹੁੰਦਾ ਹੈ, ਨਾਮ ਜਪਣ ਵਾਲੇ ਪਾਸੇ ਆਉਂਦਾ ਹੈ, ਨਿਤਨੇਮ ਕਰਨਾ ਹੁੰਦਾ ਹੈ, ਰੋਜ਼ ਗੁਰੂ ਨਾਲ ਗੱਲਾਂ ਕਰਨੀਆਂ ਹੁੰਦੀਆਂ। ਪਰ ਗੁਰੂ ਸਾਹਿਬ ਕਹਿੰਦੇ ਕੀ ਬਣਾਓ ਫਿਰ? ਪਿੱਛੇ ਕੈਂਚੀ ਦੀ ਗੱਲ ਕੀਤੀ ਹੈ, ਕਹਿੰਦੇ ਕੈਂਚੀ ਨਾਲ ਦਰਜੀ ਉਹਨੂੰ ਕੱਟਦਾ ਹੈ, ਫਿਰ ਸੂਈ ਨਾਲ ਸਿਉਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸ ਕੀ ਅਪਰਪਾਰ। ਗੁਰੂ ਸਾਹਿਬ ਕਹਿੰਦੇ ਪਰ ਤੁਸੀਂ ਕੈਂਚੀ ਜਿਹੜੀ ਬਣਾਉਣੀ ਹੈ, ਜਿਹਦੇ ਨਾਲ ਤੁਸੀਂ ਇਹੋ ਜਿਹਾ ਬਣਾਓ, ਸੱਚ ਦੀ ਕੈਂਚੀ ਬਣਾਉਣੀ ਹੈ, ਚਾਕੂ ਬਣਾਉਣਾ ਹੈ, ਸ਼੍ਰੀ ਸਾਹਿਬ ਬਣਾਉਣਾ ਸੀ, ਜਿਹਨੂੰ ਸੱਚ ਦਾ ਹੀ ਲੋਹਾ ਲੱਗਾ ਹੋਵੇ, ਸੱਚ ਦੀ ਹੀ ਛੁਰੀ ਹੋਵੇ ਤੇ ਸੱਚ ਦਾ ਹੀ ਲੋਹਾ ਹੋਵੇ, ਜਿਹੜਾ ਲੋਹਾ ਵੀ ਨਹੀਂ ਕਦੇ ਖਤਮ ਹੋਏ। ਘਾਟ ਤਿਸ ਕੀ ਅਪਰਪਾਰ। ਇਸ ਛੁਰੀ ਦੀ ਘਾਟ ਬੜੀ ਸੁੰਦਰ ਹੁੰਦੀ ਹੈ ਜੇ ਕਿਤੇ ਤੁਹਾਨੂੰ ਬਣਾਉਣੀ ਆ ਜਾਵੇ। ਇਹੋ ਜਿਹੀ ਸਾਨੂੰ ਜੇ ਇਹ ਛੁਰੀ ਬਣਾਉਣੀ, ਉਹ ਪਰ ਛੁਰੀ ਕਾਹਦੇ ਆਪਦੇ ਹੀ ਮਾਰਨੀ ਹੁੰਦੀ ਆ। ਸ਼ਬਦੇ ਸਾਨ ਰਖਾਈ ਲਾਏ। ਗੁਰੂ ਸਾਹਿਬ ਕਹਿੰਦੇ ਇਸ ਫਿਰ ਛੁਰੀ ਨੂੰ ਰੋਜ਼ ਨਿਤਨੇਮ ਕਰਕੇ ਬਾਣੀ ਰਾਹੀਂ ਨੂੰ ਤੇਜ਼ ਕਰਨਾ ਹੁੰਦਾ ਜੀ। ਇਹ ਵੀ ਨਹੀਂ ਇਹਨੂੰ ਰੋਜ਼ ਇਹਨੂੰ ਸ਼ਾਨ ਦੇ ਸ਼ਬਦ ਦੇ ਸ਼ਾਨ 'ਤੇ ਲਾਉਣੀ। ਸ਼ਾਨ ਕੀ ਹੁੰਦੀ ਹੈ? ਲੋਹੇ ਨੂੰ ਤੇਜ਼ ਕਰਨ ਵਾਸਤੇ, ਧਾਰ ਬਣਾਉਣ ਵਾਸਤੇ, ਤਿੱਖਾ ਕਰਦੀ ਹੈ ਲੋਹੇ ਦੀ। ਐਸੇ ਤਰ੍ਹਾਂ ਪਰ ਕਹਿੰਦੇ ਜਿਹੜੀ ਸਾਡੀ ਛੁਰੀ ਹੈ ਇਹ ਬੜੀ ਸਪੈਸ਼ਲ ਆ, ਵੱਖਰੀ ਹੈ। ਇਹਨੂੰ ਸਾਨ ਵੀ ਗੁਰੂ ਦੇ ਸ਼ਬਦ ਦੀ ਲੱਗਦੀ ਹੈ, ਗੁਰੂ ਦੇ ਗਿਆਨ ਦੇ ਨਾਲ ਇਹਨੂੰ ਤੇਜ਼ ਕਰਨਾ ਪੈਂਦਾ ਹੈ। ਸ਼ਬਦੇ ਸਾਨ ਰਖਾਈ ਲਾਏ। ਇਹ ਛੁਰੀ ਨੂੰ ਗੁਰੂ ਦੇ ਸ਼ਬਦ ਰਾਹੀਂ ਰੋਜ਼ ਤੇਜ਼ ਕਰਨਾ ਪੈਂਦਾ। ਰੋਜ਼ ਸਾਨੂੰ ਬਾਣੀ ਪੜ੍ਹਨੀ ਪੈਂਦੀ, ਘੰਟਾ ਸੁਬਾਹ ਪੜ੍ਹਨੀ ਹੁੰਦੀ ਹੈ, ਘੰਟਾ ਹੀ ਸ਼ਾਮ ਨੂੰ, 2.5 ਘੰਟੇ ਸਾਨੂੰ ਬਾਣੀ 'ਤੇ ਵਿਚਾਰਾਂ ਕਰਨੀਆਂ ਪੈਂਦੀਆਂ। ਫਿਰ ਤੇਜ਼ ਰਹਿੰਦੀ ਹੈ, ਨਹੀਂ ਤਾਂ ਮੁੜ ਜਾਂਦੀ, ਭੁੱਲ ਜਾਈਦਾ। ਰੋਜ਼ ਸੁਬਾਹ ਸ਼ਾਮ ਤੁਹਾਨੂੰ ਇਹ ਨਿਤਨੇਮ ਕਰਨਾ ਹੀ ਪਊ, ਬਾਣੀ ਪੜ੍ਹਨੀ ਪੈਣੀ ਹੈ। ਗ੍ਰੰਥ ਸਾਹਿਬ ਪੜ੍ਹਨਾ ਸ਼ੁਰੂ ਕਰ ਲਓ ਰੋਜ਼, ਬਸ ਕੁਛ ਅੰਗ ਸੁਬਾਹ ਕਰ ਲਏ, ਕੁਛ ਸ਼ਾਮ ਨੂੰ ਕਰ ਲਏ। ਆਪਣੇ ਆਪ ਸ਼ਬਦ ਵੱਜਦੇ ਜਾਂਦੇ ਸਾਡੇ ਮਨ 'ਤੇ। ਗੁਰੂ ਦੇ ਸ਼ਬਦ ਫਿਰ ਮਨ 'ਤੇ ਤੀਰ ਵਾਂਗੂ ਵੱਜਣੇ ਚਾਹੀਦੇ, ਫਿਰ ਤੇਜ਼ ਹੁੰਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਗੁਣ ਕੇ ਠੇਕੇ ਵਿੱਚ ਸਮਾਏ। ਕਹਿੰਦਾ ਫਿਰ ਇਹਨੂੰ ਕਿਹੜੀ ਮਿਆਨ 'ਚ ਰੱਖੇਗਾ? ਇਹਦੀ ਮਿਆਨ ਵੀ ਵੱਖਰੀ ਹੈ। ਪਰ ਗੁਰੂ ਸਾਹਿਬ ਕਹਿੰਦੇ ਫਿਰ ਕੀ ਕੀਤਾ ਤੁਸੀਂ? ਬਾਣੀ 'ਤੇ ਤੇਜ਼ ਕੀਤੀ। ਬਾਣੀ ਕਹਿੰਦੀ ਪਰਮਾਤਮਾ ਦੇ ਗੁਣ ਗਾਓ, ਪਰਮਾਤਮਾ ਦੇ ਗੁਣ ਗਾਉਣ ਦੀ ਇਹਨੂੰ ਮਿਆਨ ਬਣਾ ਕੇ ਇਹਨੂੰ ਪਾ ਕੇ ਰੱਖੋ ਵਿੱਚ। ਹੁਣ ਦਿਨੇ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹੁੰਦੇ ਆ, ਕਿਰਤ ਵੀ ਕਰਨੀ ਹੈ, ਕੰਮ ਕਰਦੇ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ। ਜਿਵੇਂ ਜਿਵੇਂ ਅਸੀਂ ਗੁਣ ਗਾਉਂਦੇ ਜਾਵਾਂਗੇ, ਸ਼ਬਦ ਦੀ ਸ਼ਾਨਤੇ ਨੂੰ ਲਾਉਂਦੇ ਜਾਵਾਂਗੇ, ਇਹ ਸਾਡਾ ਇੱਕ ਹਥਿਆਰ ਤਿਆਰ ਹੋ ਗਿਆ ਕਿਹਦੇ ਨਾਲ ਲੜਨ ਵਾਸਤੇ? ਪੰਜਾਂ ਨਾਲ ਲੜਨ ਵਾਸਤੇ। ਇਹਨੂੰ ਪਰਮਾਤਮਾ ਦੇ ਗੁਣ ਗਾਉਣ ਦੀ, ਗੁਣ ਸੁਣਨ ਦੀ ਮਿਆਨ ਦੇ ਵਿੱਚ ਟਿਕਣੀ ਹੈ। ਫਿਰ ਕਹਿੰਦੇ ਇਸ ਦਾ ਕੁੱਥਾ ਹੋਵੇ ਸੇਖ। ਫਿਰ ਗੁਰੂ ਸਾਹਿਬ ਕਹਿੰਦੇ ਜੇ ਇਸ ਛੁਰੀ ਦਾ ਕੁੱਥਾ ਹੋਇਆ ਹੋਵੇ, ਸਮਝ ਲਓ ਸਾਡੇ ਇਹ ਆਪਦੇ ਅਸੀਂ ਮਾਰਨੀ ਇਹਨੂੰ। ਇਹ ਗੁਰੂ ਦੇ ਸ਼ਬਦ ਦੀ ਜਿਹੜੀ ਹੈਗੀ ਹੈ ਖੰਡਾ ਸਾਡੇ ਆਪਦੇ ਵੱਜਦਾ, ਦੂਜੇ ਦੇ ਨਹੀਂ ਵੱਜਦਾ। ਅਸੀਂ ਮਨ ਦਾ ਹੀ ਮਾਰਨਾ। ਇਸ ਦਾ ਕੁੱਥਾ ਹੋਵਾ ਸੇਖ। ਇਹ ਇਸ ਤਰ੍ਹਾਂ ਜਦੋਂ ਰੋਜ਼ ਸ਼ਬਦ ਵੱਜਦੇ ਆ, ਸਿਫਤਾਂ ਕਰਦੇ ਆ, ਫਿਰ ਮਨ 'ਤੇ ਸਾਡੇ ਛੇਕ ਹੁੰਦਾ ਹੈ। ਲਹੂ ਲੱਭ ਨਿਖੱਥਾ ਵੇਖ। ਫਿਰ ਗੁਰੂ ਸਾਹਿਬ ਕਹਿੰਦੇ ਜਦੋਂ ਸਾਡੇ ਐ ਮਨ 'ਚ ਵੱਜਦੀ ਹੈ ਇਹ, ਉਦੋਂ ਫਿਰ ਸਾਡੇ ਅੰਦਰੋਂ ਲੋਭ ਦਾ ਲਹੂ ਨਿਕਲਦਾ। ਹੁਣ ਲੋਭ ਦੇ ਲਹੂ ਕੱਢਣ ਵਾਸਤੇ ਸਾਨੂੰ ਇੱਕ
ਸਪੈਸ਼ਲ ਛੁਰੀ ਚਾਹੀਦੀ ਹੈ, ਕੈਂਚੀ ਚਾਹੀਦੀ ਹੈ, ਜਿਹੜਾ ਸਾਨੂੰ 5 ਕਕਾਰਾਂ ਦੇ ਵਿੱਚ ਸ਼੍ਰੀ ਸਾਹਿਬ ਮਿਲਦਾ ਹੈ। ਸ਼੍ਰੀ ਸਾਹਿਬ ਪਾ ਕੇ ਸਾਡੇ ਲੋਭ ਖਤਮ ਹੋਣਾ ਚਾਹੀਦਾ, ਪਰ ਉਹਨੂੰ ਗੁਰੂ ਦੇ ਸ਼ਬਦਾਂ ਨਾਲ ਤੇਜ਼ ਕਰਨੀ ਪੈਂਦੀ ਹੈ। ਰੋਜ਼ ਗੁਰੂ ਦੇ ਸ਼ਬਦ ਸਾਡੇ ਐ ਮਨ 'ਤੇ ਵੱਜਦੇ ਹੈ। ਗੁਰੂ ਸਾਹਿਬ ਫਿਰ ਸਾਨੂੰ ਰਜਾ 'ਚ ਚੱਲਣਾ ਸਿਖਾਉਂਦੇ ਹੈ। ਰਜਾ 'ਚ ਚੱਲ ਕੇ ਇਹ ਲੋਭ ਕਾਬੂ ਆਉਂਦਾ ਹੈ। ਹੁਣ ਬਾਣੀ ਪੜ੍ਹ ਕੇ ਲੋਭ ਕਾਬੂ ਆਉਣਾ ਚਾਹੀਦਾ ਸਾਡਾ, ਸਾਡੇ ਅੰਦਰੋਂ ਲੋਭ ਦਾ ਲਹੂ ਨਿਕਲਣਾ ਚਾਹੀਦਾ ਹੈ। ਕਬੀਰ ਸਾਹਿਬ ਨੇ ਵੀ ਕਿਹਾ, ਕਹਿੰਦਾ ਜਿਹੜੇ ਸਾਡੇ ਸਿੱਖ ਆ ਉਹਦੇ 'ਤੇ ਤੁਸੀਂ ਉਹਨੂੰ ਵੱਢੋਗੇ ਉਹਦੇ 'ਚ ਲਹੂ ਨਹੀਂ ਨਿਕਲੂਗਾ। ਪਰ ਗੁਰੂ ਸਾਹਿਬ ਕਹਿੰਦੇ ਲਹੂ ਤਾਂ ਸਾਰਿਆਂ 'ਚ ਹੈਗਾ, ਲਹੂ ਤੋਂ ਬਿਨਾਂ ਤਾਂ ਨਹੀਂ, ਪਰ ਕਹਿੰਦੇ ਲੋਭ ਦਾ ਲਹੂ ਨਹੀਂ ਨਿਕਲੂਗਾ। ਪੰਜਵੇਂ ਪਾਤਸ਼ਾਹ ਨੇ ਉਸ ਸ਼ਬਦ ਨੂੰ ਹੋਰ ਕਲੀਅਰ ਕੀਤਾ ਵੀ ਕਬੀਰ ਸਾਹਿਬ ਕਿਹਦੀ ਗੱਲ ਕਰਦੇ ਆ, ਅੰਦਰ ਲੋਭ ਦੀ ਗੱਲ ਕਰਦੇ, ਅੰਦਰ ਲੋਭ ਦੇ ਲਹੂ ਦਾ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਦੋਂ ਇਸ ਛੁਰੀ ਦਾ ਜੋ ਵਾਰ ਹੁੰਦਾ ਸਾਡੇ ਮਨ 'ਤੇ, ਇਹ ਜਿਹਾ ਛੇਕ ਹੁੰਦਾ ਕਿ ਸਾਡੇ 'ਚੋਂ ਇਹ ਜਿਹਾ ਜ਼ਖਮ ਹੁੰਦਾ, ਅੰਦਰੋਂ ਲੋਭ ਦਾ ਲਹੂ ਨਿਕਲ ਜਾਂਦਾ, ਉਹਦੇ ਨਾਲ ਫਿਰ ਮਨ ਬੜਾ ਸ਼ਾਂਤ ਹੁੰਦਾ। ਹੋਏ ਹਲਾਲ ਲੱਗੇ ਹੱਕ ਜਾਏ, ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ, ਇਸ ਤਰ੍ਹਾਂ ਇਹਨੂੰ ਇਕੱਠਾ ਕੀਤਾ ਗਿਆ, ਉਹਦੇ ਮਨ ਨੂੰ ਕੁੱਟਣਾ ਸੀ। ਅਤੇ ਜਿਵੇਂ ਜਿਵੇਂ ਇਸ ਤਰ੍ਹਾਂ ਹਲਾਲ ਕਰਾਂਗੇ ਉਹਦੇ ਮਨ ਨੂੰ, ਪਰਮਾਤਮਾ ਨਾਲ ਜੁੜਦਾ ਜਾਂਦਾ। ਇਸ ਛੁਰੀ ਦੇ ਨਾਲ ਮਨ 'ਤੇ ਵਾਰ ਕਰਨੇ ਆ ਅਤੇ ਹਲਾਲ ਹੁੰਦਾ ਜਾਂਦਾ ਅਤੇ ਪਰਮਾਤਮਾ ਨਾਲ ਜੁੜਦਾ ਜਾਂਦਾ। ਨਾਨਕ ਦਰ ਦੀਦਾਰ ਸਮਾਏ, ਇਸ ਤਰ੍ਹਾਂ ਫਿਰ ਹੌਲੀ ਹੌਲੀ ਇਹ ਪਰਮਾਤਮਾ ਦੇ ਦਰ 'ਤੇ ਪਹੁੰਚ ਜਾਂਦਾ, ਪਰਮਾਤਮਾ 'ਚ ਲੀਨ ਹੋ ਜਾਂਦਾ। 24 ਘੰਟੇ ਉਹਨੂੰ ਯਾਦ ਕਰਨ ਲੱਗ ਜਾਂਦਾ, ਉਹਦੇ ਨਾਲ ਜੁੜ ਜਾਂਦਾ ਅਤੇ 5 ਵਿਕਾਰ ਹੀ ਨਿਕਲ ਜਾਂਦੇ ਆ। ਇਹ ਗੁਰੂ ਸਾਹਿਬ ਦੇ ਤਰੀਕੇ ਆ, ਹਜ਼ਾਰਾਂ ਤਰੀਕਿਆਂ ਨਾਲ ਸਾਨੂੰ ਸਮਝਾਇਆ, ਪਰ ਸਮਝਾਉਣਾ ਕੀ ਹੈ, ਨਾਮ ਤੋਂ ਬਿਨਾਂ ਨਹੀਂ, ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ, ਗੁਰੂ ਤੋਂ ਬਿਨਾਂ ਅੱਗੇ ਨਹੀਂ ਚੱਲ ਸਕਦੇ। ਗੁਰੂ ਤੋਂ ਬਿਨਾਂ ਅਸੀਂ ਉਸ ਪਰਮਾਤਮਾ ਨਾਲ ਨਹੀਂ ਮਿਲ ਸਕਦੇ। ਜਿੰਨਾ ਚਿਰ ਉਹਦੇ ਨਾਲ ਨਹੀਂ ਮਿਲਦੇ ਉਹਨਾਂ ਚਿਰ 5 ਕਾਬੂ ਵੀ ਨਹੀਂ ਆਉਂਦੇਗੇ। 5 ਕਾਬੂ ਆਉਣਗੇ ਜਿੱਦਣ ਸੱਚਾ ਨਾਮ ਮੇਰਾ ਆਧਾਰੋ ਹੋ ਜਾਂਦਾ। ਫਿਰ ਮਹੱਲਾ ਪਹਿਲਾ, ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ, ਗਰਭ ਨਾ ਕੀਜੇ ਨਾਨਕਾ ਮੱਥ ਸਿਰ ਭਾਵ ਆਵੇ ਪਾਰ। ਬੰਕੜਾ ਮੈਂ ਬਹੁਤ ਸੋਹਣਾ ਸ਼੍ਰੀ ਸਾਹਿਬ ਪਾਈ ਹੋਵੇ, ਕਿੰਨਾ ਸੋਹਣਾ ਆਦਮੀ ਲੱਗਦਾ, ਪਰ ਅੰਦਰ ਦੀ ਸ਼੍ਰੀ ਸਾਹਿਬ ਵੀ ਨਾਲ ਪਾਉਣੀ ਪੈਂਦੀ ਹੈ। ਉਸ ਦੇ ਨਾਲ ਸਾਨੂੰ ਮਨ 'ਤੇ ਕਾਬੂ ਪਾਉਣ ਵਾਸਤੇ ਗੁਰੂ ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਫਿਰ ਸਾਡੇ ਮਨ 'ਤੇ ਵਾਰ ਕਰਦੇ ਆ। ਇਸ ਤਰ੍ਹਾਂ ਲੱਕ ਦੇ ਦੁਆਰੇ ਹੋ ਕੇ ਕਹਿੰਦੇ ਇਹੋ ਜਿਹੀ ਕਟਾਰੀ ਹੋ ਕੇ ਸੋਹਣੇ ਘੋੜੇ 'ਤੇ ਸਵਾਰ ਹੋ ਗਿਆ। ਸਮਝ ਲਓ ਜਦੋਂ ਇਹ ਜਿਹਾ ਕਿ ਸਮਝ ਲਓ ਇੱਕ ਜੰਗ ਦੇ ਲੜਨ ਵਾਸਤੇ ਘੋੜਾ ਆ ਗਿਆ ਸਾਡੇ ਕੋਲੇ, ਪਰ ਨਾਲ ਗੁਰੂ ਸਾਹਿਬ ਦੇ ਗਰਵ ਨਾ ਕਰ ਲਈ ਕਿਤੇ ਵੀ ਮੇਰੇ ਕੋਲ ਤਾਂ ਆਹ ਚੀਜ਼ ਆ ਗਈ ਹੈ, ਮੈਂ ਗੁਰੂ ਵਾਲਾ ਹੋ ਗਿਆ, ਹਉਮੈ ਨਹੀਂ ਕਰਨੀ। ਨਿਮਰਤਾ ਵੀ ਹੋਣੀ ਚਾਹੀਦੀ ਹੈ, ਨਾਲ ਨਿਮਰਤਾ ਹੋਊਗੀ ਤੇ ਲੋਭ ਨਹੀਂ ਹੋਊਗਾ ਤੇ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਦਾ ਰੂਪ ਹੀ ਬਣ ਜਾਂਦਾ। ਮਤ ਸਿਰ ਆਵੇ ਭਾਰ, ਫਿਰ ਗੁਰੂ ਸਾਹਿਬ ਕਹਿੰਦੇ ਜੋ ਹਉਮੈ ਹੰਕਾਰ ਤੋਂ ਹੀ ਬਚਣਾ ਹੁੰਦਾ, ਨਿਮਰਤਾ 'ਚ ਰਹਿਣਾ ਹੁੰਦਾ, ਆਪਣੇ ਆਪ ਨੂੰ ਸਭ ਤੋਂ ਨੀਵਾਂ ਕਹਿਣਾ ਹੁੰਦਾ। ਆਪਸ ਕੋ ਜੋ ਜਾਣੇ ਨੀਚਾ ਸੋ ਗਿਨੀਏ ਸਭ ਸੇ ਉੱਚਾ, ਆਪਣੇ ਆਪ ਨੂੰ ਨੀਵਾਂ ਕਰਨਾ। ਫਿਰ ਗੁਰੂ ਸਾਹਿਬ ਕਹਿੰਦੇ ਮਤ ਸਿਰ ਭਾਰ ਆਵੇ, ਫਿਰ ਪੰਜੇ ਤੁਹਾਡੇ ਸਿਰ 'ਤੇ ਭਾਰ ਨਹੀਂ ਪਾ ਸਕਦੇ, ਤੁਹਾਨੂੰ ਕਾਬੂ ਨਹੀਂ ਕਰ ਸਕਦੇ, ਇਹ ਤੁਹਾਡੇ ਕਾਬੂ ਆ ਜਾਂਦੇ ਆ। ਫਿਰ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਆ ਸੋ ਸੰਗਤ ਸ਼ਬਦ ਮਿਲੇ, ਜੋ ਗੁਰਮੁਖ ਚੱਲੇ, ਸੱਚ ਧਿਆਨ ਸੇ ਸੱਚੇ, ਜਿਨ ਹਰ ਖਰਚ ਧਨ ਪੱਲੇ। ਗੁਰੂ ਸਾਹਿਬ ਦੇ ਸੋ ਸਤ ਸੰਗਤ, ਗੁਰੂ ਸਾਹਿਬ ਦੇ ਸਤ ਸੰਗਤਾਂ ਬੜੀਆਂ ਹਰੇਕ ਥਾਈਂ, ਸਾਰੇ ਆ ਜੇ ਸੰਗਤ ਕਰਦੇ ਆ, ਸੰਗਤ ਕਰਦੇ ਆ। ਗੁਰੂ ਸਾਹਿਬ ਕਹਿੰਦੇ ਸੰਗਤ ਉਹ ਹੁੰਦੀ ਹੈ, ਉਹ ਅਸਲੀ ਸੰਗਤ ਹੈ। ਇਹ ਸ਼ਬਦ ਵੀ ਹੈ ਗੁਰੂ ਸਾਹਿਬ ਦਾ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਿਆਣੀ ਹੈ। ਗੁਰੂ ਸਾਹਿਬ ਕਹਿੰਦੇ ਸਤ ਸੰਗਤਾਂ ਬਥੇਰੀਆਂ, ਪਰ ਅਸੀਂ ਵੀ ਅੱਜ ਖਾਣ ਪੀਣ ਦੇ
ਜ਼ੋਰ ਦੇਤਾ। ਪਰ ਸਤ ਸੰਗਤ ਅਸਲੀ ਹੈ ਜਿੱਥੇ ਸਾਨੂੰ ਗੁਰੂ ਦਾ ਸ਼ਬਦ ਮਿਲੇ, ਜਿੱਥੇ ਸਾਨੂੰ ਕੋਈ ਬਾਣੀ ਦੀ ਪੂਰੀ ਸਮਝ ਲੱਗੇ। ਕੋਈ ਸ਼ਬਦ ਲਿਆ ਉਹ ਤੇ ਵੱਧ ਤੋਂ ਵੱਧ ਵਿਚਾਰ ਕੀਤਾ। ਗੁਰਮੁਖ ਚੱਲੇ, ਗੁਰੂ ਦੇ ਸ਼ਬਦ ਨੂੰ ਚੱਲ ਕੇ ਗੁਰੂ ਦੇ ਚੇਲੇ ਬਣ ਕੇ, ਭਗਤ ਬਣ ਕੇ ਗੁਰੂ ਮੁਤਾਬਕ ਚੱਲੀਏ। ਪਰ ਸਤ ਸੰਗਤ ਦੇ ਵਿੱਚ ਜਾ ਕੇ ਸਾਨੂੰ ਬਾਣੀ ਸਮਝ ਆਉਂਦੀ ਹੈ, ਫਿਰ ਅਸੀਂ ਬਾਣੀ 'ਤੇ ਚੱਲਦੇ ਹਾਂ। ਉਹ ਅਸਲੀ ਸੰਗਤ ਹੁੰਦੀ ਹੈ ਜਿੱਥੇ ਸ਼ਬਦ ਮਿਲੇ ਅਤੇ ਸ਼ਬਦ ਦੇ ਮੁਤਾਬਕ ਅਸੀਂ ਚੱਲੀਏ, ਗੁਰਮੁਖ ਬਣ ਜਾਈਏ, ਗੁਰੂ ਮੁਤਾਬਕ ਚੱਲਣ ਵਾਲੇ ਬਣ ਜਾਈਏ। ਫਿਰ ਗੁਰੂ ਨੇ ਕੀ ਸਿਖਾਉਣਾ ਹੈ? ਫਿਰ ਗੁਰੂ ਨੇ ਸੱਚ ਧਿਆਉਣਾ ਸਿਖਾਉਂਦਾ ਹੈ। ਬਾਣੀ ਸਾਨੂੰ ਸੱਚ ਨੂੰ ਧਿਆਉਣਾ ਸਿਖਾ ਰਹੀ ਹੈ। ਜਿੱਥੋਂ ਮਰਜ਼ੀ ਬਾਣੀ ਪੜ੍ਹ ਲਓ, ਬਾਣੀ ਦਾ ਅੱਖਰ ਅੱਖਰ ਪਰਮਾਤਮਾ ਸੱਚ ਨੂੰ ਧਿਆਉਣਾ ਸਿਖਾ ਰਿਹਾ, ਉਹਦੇ ਨਾਲ ਜੋੜ ਰਿਹਾ। ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਤਨ ਪੱਲੇ। ਗੁਰੂ ਸਾਹਿਬ ਕਹਿੰਦੇ ਜਿਹੜੇ ਮੇਰੇ ਸਿੱਖ ਬਣ ਜਾਂਦੇ, ਮੇਰੇ ਮੁਤਾਬਕ ਚੱਲਦੇ ਆ, ਉਹਨਾਂ ਦੇ ਪੱਲੇ ਪਰਮਾਤਮਾ ਦੇ ਨਾਮ ਦਾ ਧਨ ਆ ਜਾਂਦਾ, ਜਿਹੜਾ ਅਸਲੀ ਸਾਡਾ ਜ਼ਿੰਦਗੀ ਦਾ ਖਰਚ ਹੈ, ਜਿਹਨੇ ਸਾਡੇ ਮਨ ਨੂੰ ਸ਼ਾਂਤ ਦੇਣਾ, ਆਨੰਦ ਦੇਣੇ, ਖੁਸ਼ੀਆਂ ਦੇਣੀਆਂ, ਪੰਜਾਂ ਨੂੰ ਕਾਬੂ ਕਰਨਾ। ਉਹ ਅਸਲੀ ਸਾਡਾ ਧਨ ਹੈ, ਅਸਲੀ ਕਮਾਈ ਹੈ। ਉਹ ਸਦਾ ਰਹਿਣ ਵਾਲੇ ਪਰਮਾਤਮਾ ਏਕ ਓਂਕਾਰ ਨੂੰ ਸਿਮਰਦੇ ਆ ਅਤੇ ਉਹਦਾ ਰੂਪ ਹੀ ਹੋ ਜਾਂਦੇ ਆ। ਸੱਚ ਧਿਆਨ ਸੇ ਸੱਚੇ, ਸੱਚੇ ਦਾ ਰੂਪ ਹੀ ਬਣ ਗਏ, ਨਿਰਭਉ ਨਿਰਵੈਰ ਬਣ ਜਾਂਦੇ, ਪੰਜੇ ਕਾਬੂ ਆ ਜਾਂਦੇ। ਜਿਨ ਹਰ ਖਰਚ ਧਨ ਪੱਲੇ ਪਾਇਆ, ਪਰ ਜਿਹਨੇ ਇਸ ਨਾਮ ਦੇ ਧਨ ਦੀ ਪੂੰਜੀ ਇਕੱਠੀ ਕੀਤੀ। ਭਗਤ ਸੋਹਣ ਗੁਣ ਗਾਵਦੇ ਗੁਰ ਮਤ ਅਚੱਲੇ। ਪਰ ਗੁਰੂ ਸਾਹਿਬ ਕਹਿੰਦੇ ਇਹ ਐਵੇਂ ਨਹੀਂ ਇਹ ਸੌਦਾ ਮਿਲਦਾ। ਇਹ ਨਾਮ ਦਾ ਧਨ ਗੁਰਮਤ ਲੈ ਕੇ, ਗੁਣ ਗਾ ਗਾ ਕੇ ਫਿਰ ਪਰਮਾਤਮਾ ਨਾਲ ਭਗਤ ਬਣਦੀ ਹੈ, ਪਿਆਰ ਬਣਦਾ। ਪਰ ਗੁਰੂ ਦੀ ਮੱਤ ਲੈ ਕੇ, ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਨਾਲ ਜੁੜ ਕੇ ਸੋਹਣੇ ਬਣਦੇ। ਐਵੇਂ ਨਹੀਂ, ਬੜੀਆਂ ਪੌੜੀਆਂ, ਸਾਰੀਆਂ ਪੌੜੀਆਂ ਚੜ੍ਹਨਾ ਪੈਂਦਾ, ਗੁਰੂ ਨੂੰ ਸਮਰਪਿਤ ਵੀ ਹੋਣਾ ਪੈਂਦਾ, ਗੁਰੂ ਤੋਂ ਨੂੰ ਸਿਰ ਵੀ ਦੇਣਾ ਪੈਂਦਾ, ਅਤੇ ਗੁਰੂ ਦੀ ਗੱਲ ਸੁਣਨੀ ਵੀ ਪੈਂਦੀ ਹੈ, ਮੰਨਣੀ ਵੀ ਪੈਂਦੀ ਹੈ। ਫਿਰ ਗੁਰੂ ਕਹਿੰਦਾ ਉਹਦੇ ਗੁਣ ਗਾਓ, ਪਰਮਾਤਮਾ ਦੀ ਪ੍ਰੇਸ ਕਰੋ ਵੱਧ ਤੋਂ ਵੱਧ। ਜਿੰਨੀ ਪ੍ਰੇਸ ਕਰਾਂਗੇ ਉਨਾ ਉਹਦੇ ਨਾਲ ਛੇਤੀ ਜੁੜਦੇ ਆ। ਫਿਰ ਕੀ ਮਿਲਦਾ ਜਦੋਂ ਗੁਰਮਤ ਲੈ ਕੇ ਉਹਨੂੰ ਗਾਉਂਦੇ ਹਾਂ, ਬਾਣੀ ਦਾ ਗਿਆਨ ਲੈ ਕੇ ਪਰਮਾਤਮਾ ਨੂੰ ਸਮਝ ਕੇ ਉਹਨੂੰ ਗਾਉਣਾ ਹੈ। ਅਸੀਂ ਗੁਰੂ ਸਾਹਿਬ ਦੇ ਗਾਓ, ਜਿਵੇਂ ਗੰਦੇ ਗੀਤ ਗਾਉਣੇ ਉਹ ਮੇਰੇ ਗੀਤ ਗਾਓ। ਗੁਰੂ ਸਾਹਿਬ ਕਹਿੰਦੇ ਮੇਰੇ ਗੀਤ ਗਾਓਗੇ ਤਾਂ ਹੀਰੋ ਬਣ ਜਾਓਗੇ, ਜੇ ਦੁਨੀਆ ਦੇ ਗੀਤ ਗਾਓਗੇ ਗੰਦੇ ਤਾਂ ਜ਼ੀਰੋ ਬਣ ਜਾਓਗੇ। ਆ ਜ਼ੀਰੋ ਬਣ ਕੇ ਖੁਸ਼ ਅਸੀਂ। ਗੁਰੂ ਸਾਹਿਬ ਨੂੰ ਪਾਤਸ਼ਾਹ ਬਣਾਉਂਦੇ ਆ ਜੇ ਬਾਣੀ ਮੁਤਾਬਕ ਗਾ ਲਈਏ, ਅਤੇ ਜੇ ਅਸੀਂ ਲੋਕਾਂ ਮੁਤਾਬਕ ਗਾ ਲਈਏ, ਜਿਹੜੇ ਅੱਜ ਲੱਚਰ ਗੀਤ ਗਾ ਰਹੇ ਆ, ਪਾਤਸ਼ਾਹ ਦੀ ਬਜਾਏ ਫਿਰ ਨੌਕਰਾਂ ਦੇ ਨੌਕਰ ਬਣਾ ਦਿੰਦੇ ਆ, ਕੁੱਤਿਆਂ ਦਾ ਕੁੱਤਾ ਬਣਾ ਦਿੰਦਾ। ਇਹ ਗੰਦਾ ਗੀਤ ਗਾ ਲਿਆ ਤਾਂ ਮਨ ਨੂੰ ਗੰਦ 'ਚ ਲੈ ਜਾਂਦਾ ਉਹਨੇ, ਮਨ 'ਚ ਵਿਚਾਰਾਂ ਉਹ ਜਿਹੀਆਂ ਬਣਾ ਦੇਣੀਆਂ। ਤਾਂ ਗੁਰੂ ਸਾਹਿਬ ਦੇ ਭਗਤ ਸੋਹਣ ਗੁਣ ਗਾਵਦੇ ਗੁਰ ਮਤ ਅਚੱਲੇ। ਪਰ ਗੁਰੂ ਦੀ ਮੱਤ ਲੈ ਕੇ ਬੜੇ ਅਡੋਲ ਹੋ ਜਾਂਦੇ ਪਰਮਾਤਮਾ ਗਾ ਗਾ ਕੇ। ਫਿਰ ਭਾਵਾਂ ਸਿਰ ਵੱਢਿਆ ਜਾਵੇ, ਜਿੰਨੀ ਮਰਜ਼ੀ ਆਫਤ ਆ ਜਾਏ, ਘਬਰਾਉਂਦੇ ਨਹੀਂ, ਨਿਰਭਉ ਹੋ ਜਾਂਦੇ। ਗੰਦਾ ਬਣੋਗੇ ਤਾਂ ਡਰਪੋਕ ਬਣਾਂਗੇ, ਸੱਚ ਨੂੰ ਗਾਵਾਂਗੇ ਤਾਂ ਨਿਡਰ ਬਣਾਂਗੇ। ਬਸ ਹੈ ਗਾਉਣ ਦਾ ਫਰਕ। ਰਤਨ ਵਿਚਾਰ ਮਨ ਵਸਿਆ, ਗੁਰ ਕੇ ਸ਼ਬਦ ਭਲੇ। ਗੁਰੂ ਸਾਹਿਬ ਕਹਿੰਦੇ ਸ਼ਬਦ ਬੜਾ ਸੋਹਣਾ ਹੈ, ਬੜੀ ਮਿੱਠੀ ਹੈ ਬਾਣੀ, ਤੁਹਾਨੂੰ ਸਮਝ ਨਹੀਂ ਆ ਰਹੀ, ਸਮਝ ਲਓ ਇਹਨੂੰ। ਇਹ ਰਤਨ ਹੈ, ਇਹ ਗੁਰੂ ਦੇ ਅੱਖਰ ਅੱਖਰ ਹੈ, ਰਤਨ ਹੈ, ਹੀਰੇ ਹੈ, ਮੋਤੀ ਹੈ। ਇਹ ਮਨ 'ਚ ਵਿਚਾਰ ਕੇ ਮਨ 'ਚ ਵਸਣਾ ਹੈ। ਗੁਰ ਕੇ ਸ਼ਬਦ ਭਲੇ। ਗੁਰੂ ਦੇ ਸ਼ਬਦ ਬੜੇ ਸੋਹਣੇ ਆ, ਬੜੇ ਸਾਨੂੰ ਸੁੱਖ ਦੇਣੇ ਇਹਨਾਂ ਨੇ, ਬੜੇ ਸਾਨੂੰ ਉੱਚੀ ਮੰਜ਼ਿਲ 'ਤੇ ਲਿਜਾਣਾ ਇਹਨਾਂ ਨੇ। ਇਹਨਾਂ ਸ਼ਬਦਾਂ ਦੇ ਰਾਹੀਂ ਮਨ ਨੂੰ ਪਰਮਾਤਮਾ ਦਾ ਨਾਮ ਦੇ ਨਾਲ ਜੋੜਿਆ ਜਾਂਦਾ ਹੈ,
ਤੇ ਪਰਮਾਤਮਾ ਦੇ ਨਾਲ ਜੁੜਨ ਦਾ ਤਰੀਕਾ ਮਨ ਨੂੰ ਆ ਜਾਂਦਾ ਹੈ ਗੁਰੂ ਦੇ ਸ਼ਬਦਾਂ ਨਾਲ। ਪਰ ਜਿੱਦਣ ਪਰਮਾਤਮਾ ਨਾਲ ਮਨ ਜੁੜ ਗਿਆ, ਬੜੀ ਵੱਡੀ ਸਾਡੀ ਅਵਸਥਾ ਬਣ ਜਾਂਦੀ ਹੈ, ਬੜੀ ਵੱਡੀ ਪ੍ਰਾਪਤੀ ਆ ਜਾਂਦੀ ਹੈ। ਪਰ ਵਿਰਲੇ ਹੀ ਹੈ ਜਿਹੜੇ ਗੁਰੂ ਦੇ ਸ਼ਬਦ ਨੂੰ ਸੋਹਣਾ ਕਰਕੇ ਜਾਣਦੇ ਆ। ਸਾਰਿਆਂ ਦੇ ਬਾਣੀ ਬੋਰ ਹੁੰਦਾ, ਬਾਣੀ 'ਚ ਮਨ ਨਹੀਂ ਲੱਗਦਾ। ਬਾਣੀ 'ਚ ਮਨ ਲੱਗੂਗਾ ਉਦਣ ਜਿੱਦਣ ਸਮਝ ਆਊਗੀ, ਪਰ ਸਮਝ ਤਾਂ ਆਊਗੀ ਜੇ ਅਸੀਂ ਕੋਸ਼ਿਸ਼ ਕਰਾਂਗੇ, ਅਰਦਾਸਾਂ ਕਰਾਂਗੇ। ਰਤਨ ਵਿਚਾਰ ਮਨ ਵਸਿਆ ਗੁਰ ਕੇ ਸ਼ਬਦ ਭਲੇ, ਆਪੇ ਮੇਲ ਮਿਲਾਇੰਦਾ ਆਪੇ ਦੇ ਵਡਿਆਈ। ਗੁਰੂ ਸਾਹਿਬ ਕਹਿੰਦੇ ਭਾਈ ਪਰਮਾਤਮਾ ਨੂੰ ਅਰਦਾਸਾਂ ਕਰਿਆ ਕਰੋ। ਬਾਣੀ ਪੜ੍ਹਨ ਤੋਂ ਪਹਿਲਾਂ ਅਰਦਾਸ ਜ਼ਰੂਰ ਕਰਨੀ ਹੈ ਕਿ ਮੈਂ ਜੋ ਵੀ ਬਾਣੀ ਪੜ੍ਹਾਂ ਮੈਨੂੰ ਇਹਦੀ ਪੂਰੀ ਸਮਝ ਆ ਜਾਵੇ, ਇਹਨੂੰ ਮੈਂ ਕਮਾ ਲਵਾਂ, ਜੋ ਮੈਨੂੰ ਗੁਰੂ ਕਹਿਣ ਉਹੀ ਕਰਾਂ, ਹੋਰ ਕਿਸੇ ਦਾ ਕਹਿਣਾ ਨਾ ਮੰਨਾਂ। ਇਹਦੇ ਵਾਸਤੇ ਅਰਦਾਸ ਕਰਨਾ ਬਹੁਤ ਜ਼ਰੂਰੀ ਹੈ। ਫਿਰ ਸਾਡਾ ਮਨ ਬਣ ਜਾਂਦਾ, ਫਿਰ ਮਨ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ। ਜਦੋਂ ਰੋਜ਼ ਅਰਦਾਸਾਂ ਕਰਦੇ ਆ ਵੀ ਬਾਣੀ ਮੁਤਾਬਕ ਚੱਲਣਾ ਚੱਲਣਾ ਚੱਲਣਾ, ਫਿਰ ਮਨ ਹੀ ਆਪਣੇ ਆਪ ਪਰਮਾਤਮਾ ਦੀ ਕਿਰਪਾ ਹੁੰਦੀ ਜਾਂਦੀ ਹੈ। ਤੁਹਾਨੂੰ ਬਾਣੀ ਸਮਝ ਆ ਜਾਊ, ਕਮਾਉਣ ਵੀ ਲੱਗ ਜਾਵਾਂਗੇ। ਇਸ ਤਰ੍ਹਾਂ ਪਰਮਾਤਮਾ ਆਪ ਹੀ ਮਿਲਾ ਲੈਂਦਾ, ਆਪ ਹੀ ਉਹਨਾਂ ਨੂੰ ਸੋਭਾ ਦਿੰਦਾ। ਪਰ ਅਰਦਾਸ ਕਰਨਾ ਬਹੁਤ ਜ਼ਰੂਰੀ ਹੈ। ਅਰਦਾਸ ਤੋਂ ਬਿਨਾਂ ਨਹੀਂ, ਮੰਗੇ ਤੋਂ ਬਿਨਾਂ ਨਹੀਂ ਮਿਲਦਾਗਾ। ਪਰਮਾਤਮਾ ਤੋਂ ਜੋ ਮੰਗਾਂਗੇ ਉਹ ਦਿੰਦਾ। ਕੂੜਾ ਮੰਗਾਂਗੇ ਕੂੜਾ ਦੇਊਗਾ, ਗੁਰੂ ਮੰਗਾਂਗੇ ਗੁਰੂ ਦੇਊਗਾ, ਨਾਮ ਮੰਗਾਂਗੇ ਨਾਮ ਦੇਊਗਾ। ਪਰ ਅਸੀਂ ਗੁਰੂ ਮੰਗਣਾ ਤੇ ਨਾਮ ਮੰਗਣਾ, ਹੋਰ ਕੁਛ ਨਹੀਂ ਮੰਗਣਾ। ਗੁਰੂ ਦੇ ਨਾਮ ਦੇ ਨਾਲ ਹੀ ਸਾਰਾ ਕੁਛ ਆ ਜਾਣਾ ਸਾਡੇ ਕੋਲੇ, ਸਾਰੀ ਦੁਨੀਆ ਹੀ ਸਾਡੇ ਕੋਲੇ ਆ ਜਾਣੀ ਹੈ। 9 ਨਿਧੀਆਂ 18 ਸਿੱਧੀਆਂ ਸਾਡੇ ਪੈਰਾਂ 'ਚ ਆ ਕੇ ਡਿੱਗ ਪੈਣੀਆਂ। ਜਿਸ ਨੂੰ ਕੋਈ ਅੱਜ ਜਾਣਦਾ ਨਹੀਂ, ਸਾਰੀ ਦੁਨੀਆ 'ਚ ਉਹਦਾ ਨਾਂ ਚੱਲ ਜਾਊਗਾ। ਜੇ ਕਿਤੇ ਕੋਈ ਬਾਣੀ ਮੁਤਾਬਕ ਚੱਲ ਪਵੇ, ਬਾਣੀ ਦੀ ਡਿਗਰੀ ਪ੍ਰਾਪਤ ਕਰ ਲਵੇ। ਆਓ ਅਸੀਂ ਬਾਣੀ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੀਏ, ਬਾਣੀ ਨੂੰ ਸਮਝੀਏ ਤੇ ਨਾਲ ਦੂਜਿਆਂ ਨੂੰ ਵੀ ਸਮਝਾਈਏ। ਘਰ ਘਰ ਧਰਮਸ਼ਾਲ ਹੋਵੇ, ਘਰ ਘਰ 'ਚ ਬੈਠੇ ਅਸੀਂ ਬਾਣੀ ਆਪ ਸਮਝੀਏ, ਨਾਲ ਆਪਦੇ ਦੂਜੇ ਭੈਣ ਭਰਾਵਾਂ ਨੂੰ ਵੀ ਸਮਝਾਈਏ। ਬਾਣੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਈਏ ਵੀ ਬਾਣੀ ਸਾਨੂੰ ਕੀ ਕਹਿੰਦੀ ਹੈ। ਬੜੀ ਵੱਡੀ ਤਬਦੀਲੀ ਆਉਣੀ ਹੈ, ਬਦਲਾਵ ਆਉਣਾ ਹੈ। ਬੰਦਾ ਹੈਰਾਨ ਹੋ ਜਾਂਦਾ ਜਿਹਨੂੰ ਬਾਣੀ ਸਮਝ ਆ ਜਾਂਦੀ। ਵਾਕਿਆ ਹੀ ਬਾਣੀ ਤਾਂ ਹੋਰ ਕੁਛ ਲਿਖਿਆ, ਅਸੀਂ ਹੋਰ ਕੁਛ ਕਰਦੇ ਜਾ ਰਹੇ ਹਾਂ। ਸਾਨੂੰ ਤਾਂ ਅਸੀਂ ਕੇਵਲ ਪੜ੍ਹਨੀ ਹੈ, ਬਾਣੀ ਪੜ੍ਹਨੀ ਕਿ ਨਾਲ ਸਮਝਣੀ ਤੇ ਕਮਾਉਣੀ ਵੀ ਆ। ਅਗਲੀ ਕਲਾਸਾਂ 'ਚ ਵੀ ਜਾਈਏ। ਆਓ ਅਸੀਂ ਇਹੋ ਜਿਹੇ ਗੁਰਸਿੱਖ ਬਣੀਏ ਜਿਹੜੇ ਬਾਣੀ ਮੁਤਾਬਕ ਹੀ ਚੱਲੀਏ, ਬਾਣੀ ਦੇ ਗੁਰਸਿੱਖ ਬਣੀਏ। ਇਹ ਸ਼ਬਦ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ 1-2 ਗਲਤੀਆਂ ਨਹੀਂ ਹੋਣੀਆਂ, ਲੱਖਾਂ ਗਲਤੀਆਂ ਹੋਈਆਂ ਹੋਣਗੀਆਂ। ਸਾਧ ਸੰਗਤ 'ਚ ਬਖਸ਼ਣਯੋਗ ਹੈ। ਭੁੱਲਾਂ ਚੁੱਕਾਂ ਦੀ ਮਾफ़ੀ ਦੇ ਦੇਣਾ, ਸਾਧ ਸੰਗਤ ਜੀ ਬਖਸ਼ ਲੈਣਾ। ਪਰ ਜਿੰਨੀ ਕੁ ਮਾਲਕ ਕਿਰਪਾ ਕਰਦਾ ਉਨੀ ਕੁ ਕੋਸ਼ਿਸ਼ ਕਰਦੇ ਹਾਂ ਰੋਜ਼ ਸਮਝਣ ਦੀ, ਤਾਂ ਕਿ ਸਾਰੇ ਆਪਾਂ ਬਾਣੀ ਸਮਝ ਸਕੀਏ। ਹੌਲੀ ਹੌਲੀ ਟਰਾਈ ਕਰਦੇ ਹੀ ਮੰਜ਼ਿਲ 'ਤੇ ਚੜ੍ਹਿਆ ਜਾਂਦਾ ਹੈ। ਇਵੇਂ ਹੌਲੀ ਹੌਲੀ ਬਾਣੀ ਦੇ ਨਾਲ ਜੁੜਾਂਗੇ, ਬਾਣੀ ਦੇ ਨਾਲ ਕੋਸ਼ਿਸ਼ ਕਰਾਂਗੇ ਤਾਂ ਬਾਣੀ ਸਮਝ ਆਊਗੀ। ਅਤੇ ਸਮਝਣ ਲੱਗਿਆਂ ਫਿਰ ਗਲਤੀਆਂ ਤਾਂ ਹੁੰਦੀਆਂ। ਮਾਲਕ ਪਰਮਾਤਮਾ ਅਤੇ ਗੁਰੂ ਹੀ ਅਭੁੱਲਾ ਹੈ, ਬਾਕੀ ਸਭ ਅਸੀਂ ਗਲਤੀਆਂ ਦੇ ਪੁਤਲੇ ਹੈ। ਜੇਤਾ ਸਮੁੰਦਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮੇਰ ਪਾਓ ਡੁੱਬਦੇ ਪੱਥਰ ਤਾਰੇ। ਉਹ ਡੁੱਬਦੇ ਪੱਥਰਾਂ ਨੂੰ ਉਤਾਰ ਲੈਂਦਾ ਜੇ ਅਸੀਂ ਉਹਦੇ ਲੜ ਲੱਗ ਜਾਈਏ, ਉਹਨੂੰ ਬੇਨਤੀਆਂ ਕਰੀਏ। ਇਹਨਾਂ ਕਹਿੰਦੇ ਖਿਮਾ ਦੇ ਜਾਜਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਗਾਤੇ ਤੂੰ ਅਥਾਹ